ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਬरुण कौर मान। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਦੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦ ਅਤੇ ਵੇਚ ਸਕਦੇ ਹੋ। ਰੀਅਲ ਅਸਟੇਟ ਦੀ ਦੁਨੀਆ ਦੇ ਵਿੱਚ ਮੰਨਿਆ ਪਰਮੰਨਿਆ ਨਾਮ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ ਵਿੱਚ ਸਿੱਖ ਪਰਿਵਾਰ ਦੀ ਹੱਤਿਆ ਕਰਨ ਵਾਲੇ ਸ਼ਖਸ ਨੇ 17 ਸਾਲਾਂ ਪਹਿਲਾਂ ਬੰਦੂਕ ਦੀ ਨੋਕ ਤੇ ਕੀਤੀ ਸੀ ਲੁੱਟ-ਖੋਹ। ਪੀੜਤਾਂ ਨੇ ਦੱਸੀ ਹੱਡਬੀਤੀ। ਏਅਰ ਇੰਡੀਆ ਵੱਲੋਂ ਅਮਰੀਕਾ ਤੇ UK ਲਈ ਨਵੀਆਂ ਉਡਾਣਾਂ ਦਾ ਐਲਾਨ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਸੰਬੰਧੀ ਐਡਵਾਈਜ਼ਰੀ ਕੀਤੀ ਜਾਰੀ। ਪਾਇਲਟਸ ਦੀ ਹੜਤਾਲ ਕਾਰਨ ਜਮਨ 에ਅਰਲਾਈਨ ਦੀਆਂ ਸੈਂਕੜੇ ਉਡਾਣਾਂ ਰੱਦ। ਅੰਮ੍ਰਿਤਸਰ ਏਅਰਪੋਰਟ ਤੇ ਯਾਤਰੀਆਂ ਵੱਲੋਂ ਹੰਗਾਮਾ। ਕੈਨੇਡਾ ਵਿੱਚ ਭਾਰਤੀਆਂ ਦੇ ਨੌਕਰੀ ਕਰਨ ਤੇ ਪਾਬੰਦੀ, ਵਿਦਿਆਰਥੀਆਂ ਨੂੰ ਪੂਰੀ ਕਰਨੀ ਪਵੇਗੀ ਸ਼ਰਤ। ਅਮਰੀਕਾ 'ਚ ਪੰਜਾਬੀ ਪਰਿਵਾਰ ਦੇ ਕਤਲ ਮਾਮਲੇ ਵਿੱਚ ਸਿਰਸਾ ਨੇ ਦਿੱਤਾ ਵੱਡਾ ਬਿਆਨ। ਅਮਰੀਕਾ 'ਚ ਭੰਗ ਰੱਖਣ ਤੇ ਹੁਣ ਨਹੀਂ ਜਾਣਾ ਪਵੇਗਾ ਜੇਲ੍ਹ, ਹਜ਼ਾਰਾਂ ਲੋਕਾਂ ਦੀ ਰਿਹਾਈ ਦੇ ਆਦੇਸ਼। ਅਮਰੀਕਾ 'ਚ ਨੂੰਹ ਦਾ ਕਤਲ ਕਰਨ ਦੇ ਦੋਸ਼ ਵਿੱਚ ਭਾਰਤੀ ਅਮਰੀਕੀ ਵਿਅਕਤੀ ਗ੍ਰਿਫਤਾਰ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੇ ਪਰਿਵਾਰ ਦੇ 4 ਮੈਂਬਰਾਂ ਨੂੰ ਅਗਵਾ ਕਰਕੇ ਕਤਲ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ। 48 ਸਾਲਾ ਵਿਅਕਤੀ ਨੇ 17 ਸਾਲ ਪਹਿਲਾਂ ਅਜਿਹਾ ਹੀ ਅਪਰਾਧ ਕੀਤਾ ਸੀ। ਉਸ ਘਟਨਾ ਦੇ ਪੀੜਤ ਪਹਿਲੀ ਵਾਰ ਸਾਹਮਣੇ ਆਏ ਨੇ। ਪੀੜਤਾਂ ਨੇ ਇਸ ਮਾਮਲੇ ਵਿੱਚ ਸਥਾਨਕ ਨਿਊਜ਼ ਨੈਟਵਰਕ ਨਾਲ ਗੱਲਬਾਤ ਕੀਤੀ ਹੈ। ਇਸ ਦੇ ਨਾਲ ਹੀ ਸਥਾਨਕ ਅਧਿਕਾਰੀਆਂ ਨੇ 2005 ਦੀ ਲੁੱਟ-ਖੋਹ ਸਮੇਤ ਜੀਸਸ ਮੈਨੂਅਲ ਸਲਗਾਡੋ ਦਾ ਰਿਕਾਰਡ ਵੀ ਸਾਂਝਾ ਕੀਤਾ। ਜੀਸਸ ਨੇ ਲੁੱਟ-ਖੋਹ ਦੇ ਦੋਸ਼ ਵਿੱਚ 8 ਸਾਲ ਜੇਲ੍ਹ ਦੀ ਸਜ਼ਾ ਕੱਟੀ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਜਿਸ ਪਰਿਵਾਰ ਨਾਲ 2005 ਵਿੱਚ ਲੁੱਟ-ਖੋਹ ਦੀ ਵਾਰਦਾਤ ਹੋਈ ਸੀ, ਉਹਨਾਂ ਦਾ ਮਰਸਡ ਸ਼ਹਿਰ ਵਿੱਚ ਟਰੱਕਿੰਗ ਦਾ ਕਾਰੋਬਾਰ ਸੀ। ਅਜਿਹਾ ਹੀ ਕਾਰੋਬਾਰ ਭਾਰਤੀ ਮੂਲ ਦਾ ਇੱਕ ਸਿੱਖ ਪਰਿਵਾਰ ਵੀ ਕਰਦਾ ਸੀ। ਇਸੇ ਪਰਿਵਾਰ ਦੇ 48 ਸਾਲਾ ਵਿਅਕਤੀ ਨੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। 2005 ਦੀ ਡਕੈਤੀ ਬਾਰੇ ਪੀੜਤਾ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਮੀਡੀਆ ਨੂੰ ਦੱਸਿਆ ਹੈ ਕਿ ਮੈਂ ਆਪਣੇ ਘਰ ਦੇ ਸਾਹਮਣੇ ਦੇ ਦਰਵਾਜ਼ੇ ਨੂੰ ਬੰਦ ਕਰ ਰਹੀ ਸੀ ਤਦ ਉਸਨੇ ਬੰਦੂਕ ਕੱਢ ਕੇ ਸਿਰ ਤੇ ਪਿੱਛੇ ਲਗਾ ਲਈ। ਪੀੜਤਾ ਨੇ ਕਿਹਾ ਡਕਟ ਟੇਪ ਦੀ ਵਰਤੋਂ ਕਰਦੇ ਹੋਏ ਜੀਸਸ ਸਲਗਾਡੋ ਨੇ ਪਤੀ ਪਤਨੀ, ਉਹਨਾਂ ਦੀ 16 ਸਾਲ ਦੀ ਧੀ ਅਤੇ ਇੱਕ ਦੋਸਤ ਦੇ ਹੱਥ ਬੰਨ੍ਹ ਦਿੱਤੇ। ਪੀੜਤ ਨੇ ਕਿਹਾ ਫਿਰ ਉਸਨੇ ਸਾਡੇ ਤੋਂ ਸਾਰਾ ਪੈਸਾ, ਅੰਗੂਠੀਆਂ ਤੇ ਹੋਰ ਸਮਾਨ ਲੁੱਟਿਆ। ਮੀਡੀਆ ਰਿਪੋਰਟਾਂ ਦੇ ਮੁਤਾਬਕ ਸਲਗਾਡੋ ਪੁਲਿਸ ਦੀ ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਪਰੇਸ਼ਾਨ ਸੀ। ਲੁੱਟ ਦਾ ਸ਼ਿਕਾਰ ਹੋਏ ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਸਲਗਾਡੋ ਨੇ ਸਾਰੀਆਂ ਲੜਕੀਆਂ ਨੂੰ ਪੂਲ ਵਿੱਚ ਧੱਕਾ ਦੇ ਦਿੱਤਾ ਤੇ ਮੇਰੇ ਹੱਥੋਂ ਮੁੰਦਰੀ ਖੋਹ ਲਈ ਅਤੇ ਮੈਨੂੰ ਵੀ ਪੂਲ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ। ਪੀੜਤ ਨੇ ਦੱਸਿਆ ਉਸਨੇ ਸਾਨੂੰ ਕਿਹਾ ਜੇ ਤੁਸੀਂ ਪੁਲਿਸ ਨੂੰ ਬੁਲਾਉਂਦੇ ਹੋ ਮੈਂ ਤੁਹਾਨੂੰ ਮਾਰ ਦਿਆਂਗਾ ਅਤੇ ਫਿਰ ਉਹ ਬਾਹਰ ਚਲਾ ਗਿਆ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਭਾਰਤੀ ਮੂਲ ਦੇ ਸਿੱਖ ਪਰਿਵਾਰ ਦੇ ਕਤਲ ਪਿੱਛੇ ਜੀਸਸ ਸਲਗਾਡੋ ਦਾ ਕੀ ਮਕਸਦ ਸੀ। ਵੀਰਵਾਰ ਨੂੰ ਸਥਾਨਕ ਅਧਿਕਾਰੀਆਂ ਨੇ ਸਲਗਾਡੋ ਨੂੰ ਇੱਕ ਸਿੱਖ ਪਰਿਵਾਰ ਨੂੰ ਬੰਦੂਕ ਦੀ ਨੋਕ ਤੇ ਅਗਵਾ ਕਰਦੇ ਹੋਏ ਦੀ ਵੀਡੀਓ ਵੀ ਦਿਖਾਈ ਹੈ। ਦੂਜੇ ਪਾਸੇ ਬੁੱਧਵਾਰ ਦੇਰ ਰਾਤ ਇੱਕ ਬਾਗ ਵਿੱਚੋਂ ਪਰਿਵਾਰ ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਨੇ। ਇਹ ਪਰਿਵਾਰ ਮੂਲ ਰੂਪ ਵਿੱਚ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਕਸਬੇ ਨੇੜੇ ਹਰਸੀ ਪਿੰਡ ਦਾ ਰਹਿਣ ਵਾਲਾ ਸੀ। ਏਅਰ ਇੰਡੀਆ ਵੱਲੋਂ ਅਮਰੀਕਾ ਤੇ UK ਲਈ 20 ਨਵੀਆਂ ਫਲਾਈਟਸ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ, ਪਰ ਕੈਨੇਡਾ ਵਾਲੇ ਪਾਸੇ ਗੇੜੇ ਵਧਾਉਣ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਨਵੀਆਂ ਫਲਾਈਟਸ ਸ਼ੁਰੂ ਹੋਣ ਨਾਲ ਭਾਰਤ ਤੋਂ ਅਮਰੀਕਾ ਤੇ UK ਜਾਣ ਵਾਲੇ ਮੁਸਾਫਰਾਂ ਨੂੰ ਹਰ ਹਫ਼ਤੇ 5000 ਵਾਧੂ ਸੀਟਾਂ ਉਪਲਬਧ ਹੋਣਗੀਆਂ। ਏਅਰ ਇੰਡੀਆ ਦੀਆਂ ਅਮਰੀਕਾ ਜਾਣ ਵਾਲੀਆਂ 34 ਹਫ਼ਤਾਵਾਰੀ ਫਲਾਈਟਸ ਦੀ ਗਿਣਤੀ ਵਧਾ ਕੇ 40 ਕੀਤੀ ਜਾ ਰਹੀ ਹੈ ਅਤੇ ਸਾਰੀਆਂ ਨਵੀਆਂ ਫਲਾਈਟਸ ਸੈਨ ਫਰਾਂਸਿਸਕੋ ਜਾਣਗੀਆਂ। ਅਮਰੀਕਾ ਨੇ ਅੱਤਵਾਦ ਅਤੇ ਫਿਰਕੂ ਹਿੰਸਾ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ, ਖਾਸ ਕਰਕੇ ਇਸ ਦੇ ਅਸ਼ਾਂਤ ਸੂਬਿਆਂ ਦੀ ਆਪਣੀ ਯਾਤਰਾ ਯੋਜਨਾ ਤੇ ਮੁੜ ਵਿਚਾਰ ਕਰਨ ਦੀ ਸਲਾਹ ਦਿੱਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਵੀਰਵਾਰ ਨੂੰ ਜਾਰੀ ਇੱਕ ਯਾਤਰਾ ਸਲਾਹ ਵਿੱਚ ਆਪਣੇ ਨਾਗਰਿਕਾਂ ਨੂੰ ਅੱਤਵਾਦ ਅਤੇ ਅਗਵਾ ਦੀਆਂ ਘਟਨਾਵਾਂ ਕਾਰਨ ਬਲੋਚਿਸਤਾਨ ਅਤੇ ਸਾਬਕਾ ਕੇਂਦਰ ਸ਼ਾਸਤ ਪ੍ਰਦੇਸ਼ ਕਬਾਇਲੀ ਖੇਤਰ ਸਮੇਤ ਖੈਬਰ ਪਖਤੂਨਖਵਾ ਸੂਬੇ ਦੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਹੈ। ਅਮਰੀਕਾ ਨੇ ਲੈਵਲ 3 ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਅੱਤਵਾਦ ਅਤੇ ਫਿਰਕੂ ਹਿੰਸਾ ਕਾਰਨ ਪਾਕਿਸਤਾਨ ਦੀ ਆਪਣੀ ਯਾਤਰਾ ਤੇ ਮੁੜ ਵਿਚਾਰ ਕਰੋ। ਕੁਝ ਖੇਤਰਾਂ ਵਿੱਚ ਖਤਰਾ ਵੱਧ ਗਿਆ ਹੈ। ਪੱਧਰ 3 ਦੀ ਯਾਤਰਾ ਚੇਤਾਵਨੀ ਉਦੋਂ ਜਾਰੀ ਕੀਤੀ ਜਾਂਦੀ ਹੈ ਜਦੋਂ ਲੰਬੇ ਸਮੇਂ ਦੀਆਂ ਜਾਂ ਗੰਭੀਰ ਸਥਿਤੀ ਯਾਤਰੀਆਂ ਅਤੇ ਸੈਲਾਨੀਆਂ ਲਈ ਜ਼ੋਖਮ ਪੈਦਾ ਕਰਦੀਆਂ ਨੇ ਅਤੇ ਜਦੋਂ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਜਾਣਾ ਜ਼ਰੂਰੀ ਸਮਝਿਆ ਜਾਂਦਾ ਹੈ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਅੱਤਵਾਦ ਅਤੇ ਹਥਿਆਰਬੰਦ ਸੰਘਰਸ਼ ਦੇ ਖਤਰੇ ਕਾਰਨ ਕੰਟਰੋਲ ਰੇਖਾ ਦੇ ਆਲੇ ਦੁਆਲੇ ਵੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਸਲਾਹਕਾਰ ਨੇ ਕਿਹਾ
ਕਿ ਅੱਤਵਾਦੀ ਬਹੁਤ ਘੱਟ ਜਾਂ ਬਿਨਾਂ ਕਿਸੇ ਚੇਤਾਵਨੀ ਦੇ ਹਮਲਾ ਕਰ ਸਕਦੇ ਨੇ। ਜਮਨ 에ਅਰਲਾਈਨਸ ਕੰਪਨੀ ਜ਼ੂਰੋ ਵਿੰਗਸ ਨੂੰ ਵੀਰਵਾਰ ਨੂੰ ਆਪਣੇ ਪਾਇਲਟਾਂ ਦੇ ਹੜਤਾਲ ਤੇ ਜਾਣ ਤੋਂ ਬਾਅਦ ਸੈਂਕੜੇ ਉਡਾਣਾਂ ਰੱਦ ਕਰਨੀਆਂ ਪਈਆਂ। ਲੁਫਥਾਂਸਾ ਦੀ ਸਹਾਇਕ ਕੰਪਨੀ ਜ਼ੂਰੋ ਵਿੰਗਸ ਨੇ ਕਿਹਾ ਕਿ ਉਸ ਦੀਆਂ ਰੋਜ਼ਾਨਾ 500 ਉਡਾਣਾਂ ਵਿੱਚੋਂ ਅੱਧੀਆਂ ਦਾ ਸੰਚਾਲਨ ਰੁਕ ਜਾਏਗਾ, ਜਿਸ ਨਾਲ ਹਜ਼ਾਰਾਂ ਯਾਤਰੀ ਪ੍ਰਭਾਵਿਤ ਹੋਣਗੇ। ਕੰਪਨੀ ਦੇ ਅਨੁਸਾਰ ਪਾਇਲਟਾਂ ਦੀ ਹੜਤਾਲ ਨੇ ਨਾ ਕੇਵਲ ਜਰਮਨ ਹਵਾਈ ਅੱਡਿਆਂ ਤੇ ਸਗੋਂ ਸਟਾਕਹੋਮ, ਪ੍ਰਾਗ ਅਤੇ ਮੈਲੋਰੋਕਾ ਵਰਗੇ ਹੋਰ ਖੇਤਰਾਂ ਦੇ ਹਵਾਈ ਅੱਡਿਆਂ ਤੇ ਵੀ ਉਡਾਣ ਸੰਚਾਲਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਪਾਇਲਟ ਯੂਨੀਅਨ ਵੇਰਨਿਕਿੰਗ ਕਾਕਪਿਟ ਨੇ ਕੰਮਕਾਜੀ ਹਾਲਾਤ ਸੁਧਾਰਨ ਦੇ ਮੁੱਦੇ ਤੇ ਪ੍ਰਬੰਧਨ ਨਾਲ ਗੱਲਬਾਤ ਰੁਕਣ ਤੋਂ ਬਾਅਦ ਹੜਤਾਲ ਦਾ ਐਲਾਨ ਕੀਤਾ। ਦਰਅਸਲ ਪਾਇਲਟ ਉਡਾਣ ਦੇ ਵੱਧ ਤੋਂ ਵੱਧ ਘੰਟਿਆਂ ਦੀ ਮੌਜੂਦਾ ਮਨਜ਼ੂਰ ਸੀਮਾ ਨੂੰ ਘਟਾਉਣ ਦੀ ਮੰਗ ਕਰ ਰਹੇ ਨੇ। ਵੱਧਦੀ ਮਹਿੰਗਾਈ ਦੇ ਪ੍ਰਭਾਵ ਨਾਲ ਨਜਿੱਠਣ ਦੇ ਲਈ 에ਅਰਲਾਈਨ ਕੰਪਨੀ ਅਤੇ ਯੂਨੀਅਨ ਵਿਚਕਾਰ ਇੱਕ ਤਨਖਾਹ ਸਮਝੌਤੇ ਤੇ ਸਹਿਮਤ ਬਣਨ ਦੇ ਬਾਅਦ ਪਿਛਲੇ ਮਹੀਨੇ ਮੂਲ ਕੰਪਨੀ ਲੁਫਥਾਂਸਾ ਵਿੱਚ ਹੜਤਾਲ ਵਾਪਸ ਲੈ ਲਈ ਗਈ ਸੀ। ਦੁਬਈ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾ ਸਾਂਸੀ ਪੁੱਜੀ ਸਪਾਈਸ ਜੈਟ ਦੀ ਉਡਾਣ ਨੇ ਯਾਤਰੀਆਂ ਨੇ ਸਵੇਰੇ ਹਵਾਈ ਅੱਡੇ ਤੇ ਉਸ ਸਮੇਂ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਕਰੀਬ 50 ਯਾਤਰੀਆਂ ਦਾ ਸਮਾਨ ਗਾਇਬ ਹੋ ਗਿਆ। ਏਅਰਪੋਰਟ ਤੇ ਯਾਤਰੀਆਂ ਦੇ ਹੰਗਾਮੇ ਨੂੰ ਵੇਖਦਿਆਂ ਸਪਾਈਸ ਜੈਟ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਭਲਕੇ ਤੱਕ ਉਹਨਾਂ ਦਾ ਸਮਾਨ ਉਹਨਾਂ ਦੇ ਘਰ ਤੱਕ ਪਹੁੰਚਾ ਦਿੱਤਾ ਜਾਏਗਾ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦੁਬਈ ਤੋਂ ਆਈ ਸਪਾਈਸ ਜੈਟ ਦੀ ਫਲਾਈਟ SG56 ਸ਼ੁੱਕਰਵਾਰ ਤੜਕੇ ਕਰੀਬ 3:30 ਵਜੇ ਲੈਂਡ ਹੋਈ ਸੀ। ਕਸਟਮ ਕਲੀਅਰੈਂਸ ਲੈਣ ਅਤੇ ਸਮਾਨ ਦੀ ਜਾਂਚ ਕਰਨ ਤੋਂ ਬਾਅਦ ਜਦੋਂ ਯਾਤਰੀ ਸਮਾਨ ਦੀ ਪੇਟੀ ਤੇ ਪਹੁੰਚੇ ਤਾਂ ਕਈਆਂ ਯਾਤਰੀਆਂ ਦਾ ਸਮਾਨ ਗਾਇਬ ਸੀ। ਸਮਾਨ ਨਾ ਮਿਲਣ ਤੇ ਸਵਾਰੀਆਂ ਘਬਰਾ ਕੇ ਸਪਾਈਸ ਜੈਟ ਦੇ ਕਾਊਂਟਰ ਤੇ ਪਹੁੰਚ ਗਈਆਂ, ਜਿੱਥੇ ਉਹਨਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਦੱਸ ਦਈਏ ਕਿ ਪਹਿਲੀ ਵਾਰ ਨਹੀਂ ਹੈ ਕਿ ਏਅਰਪੋਰਟ ਤੋਂ ਯਾਤਰੀਆਂ ਦਾ ਸਮਾਨ ਗਾਇਬ ਹੋਇਆ ਹੋਵੇ। 3 ਮਹੀਨੇ ਪਹਿਲਾਂ 14 ਜੁਲਾਈ ਨੂੰ ਵੀ ਯਾਤਰੀਆਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ। ਕੈਨੇਡਾ ਜਾ ਕੇ ਪੜ੍ਹਾਈ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ। ਭਾਰਤ ਵਿੱਚ ਮੌਜੂਦਾ ਕੈਨੇਡਾ ਦੇ ਹਾਈ ਕਮਿਸ਼ਨ ਨੇ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਉਦੋਂ ਤੱਕ ਦੇਸ਼ ਵਿੱਚ ਕੰਮ ਕਰਨਾ ਸ਼ੁਰੂ ਨਹੀਂ ਕਰ ਸਕਦੇ ਜਦੋਂ ਤੱਕ ਉਹਨਾਂ ਦਾ ਚੁਣਿਆ ਹੋਇਆ ਕੋਰਸ ਅਧਿਕਾਰਤ ਤੌਰ ਤੇ ਸ਼ੁਰੂ ਨਹੀਂ ਹੋ ਜਾਂਦਾ। ਦੱਸ ਦਈਏ ਕਿ ਹਰ ਸਾਲ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਜਾਂਦੇ ਨੇ। ਕੈਨੇਡੀਅਨ ਹਾਈ ਕਮਿਸ਼ਨ ਨੇ ਟਵੀਟ ਕਰਦੇ ਹੋਏ ਲਿਖਿਆ, ਇਸ ਗੱਲ ਦਾ ਧਿਆਨ ਰੱਖੋ ਕਿ ਕੁਝ ਸਟੱਡੀ ਪਰਮਿਟ ਤੁਹਾਨੂੰ ਕੈਨੇਡਾ ਵਿੱਚ ਕੰਮ ਕਰਨ ਦੀ ਆਗਿਆ ਦਿੰਦੇ ਨੇ। ਤੁਸੀਂ ਕੇਵਲ ਉਦੋਂ ਹੀ ਕੰਮ ਕਰਨਾ ਸ਼ੁਰੂ ਕਰ ਸਕਦੇ ਹੋ ਜਦੋਂ ਤੁਹਾਡੇ ਸਟੱਡੀ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਗਈ ਔਰ ਉਸ ਤੋਂ ਪਹਿਲਾਂ ਕੰਮ ਕਰਨ ਦੀ ਆਗਿਆ ਨਹੀਂ ਹੈ। ਕਮਿਸ਼ਨ ਦੇ ਟਵੀਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਇਸ ਸਰਦੀਆਂ ਵਿੱਚ ਕੈਨੇਡਾ ਜਾ ਰਹੇ ਹੋ ਤਾਂ ਇੱਕ ਬਾਰਡਰ ਸਰਵਿਸਿਜ਼ ਅਧਿਕਾਰੀ ਤੁਹਾਡੇ ਦਸਤਾਵੇਜ਼ਾਂ ਦੀ ਸਮੀਖਿਆ ਕਰੇਗਾ। ਤੁਹਾਡੇ DLI ਨੇ ਤੁਹਾਨੂੰ ਦੇਰੀ ਨਾਲ ਆਉਣ ਦੀ ਆਗਿਆ ਦਿੱਤੀ ਹੈ ਜਾਂ ਨਹੀਂ, ਇਸ ਨੂੰ ਸਾਬਤ ਕਰਨ ਵਾਲੇ ਦਸਤਾਵੇਜ਼ਾਂ ਨੂੰ ਦਿਖਾਉਣ ਲਈ ਤਿਆਰ ਰਹੋ। ਅਮਰੀਕਾ ਵਿਖੇ ਹੁਸ਼ਿਆਰਪੁਰ ਦੇ ਪਿੰਡ ਹਰਸੀ ਨਾਲ ਸੰਬੰਧਿਤ ਪਰਿਵਾਰ ਦੇ 4 ਜੀਆਂ ਦੇ ਕੀਤੇ ਗਏ ਕਤਲ ਤੇ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਦੁੱਖ ਜ਼ਾਹਿਰ ਕੀਤਾ। ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਇਹ ਘਟਨਾ ਬਹੁਤ ਮੰਦਭਾਗੀ ਹੈ। ਕੈਲੀਫੋਰਨੀਆ ਪੁਲਿਸ ਨੂੰ 5 ਦਿਨਾਂ ਤੋਂ ਪਤਾ ਸੀ ਕਿ ਉਕਤ ਪਰਿਵਾਰ ਅਗਵਾ ਹੋਇਆ ਹੈ, ਪਰ ਪੁਲਿਸ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ ਅਤੇ ਕਿਸਨੇ ਕਿਉਂ ਤੇ ਕਿਵੇਂ ਉਹਨਾਂ ਨੂੰ ਅਗਵਾ ਕੀਤਾ। ਸਿਰਸਾ ਨੇ ਕਿਹਾ ਕਿ ਅਮਰੀਕਾ 'ਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੋਈਆਂ। ਉਹਨਾਂ ਨੇ ਕਿਹਾ ਕਿ ਇਸ ਪਰਿਵਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਕਿਉਂਕਿ ਮਰਨ ਵਾਲੇ ਨੇ ਪਰਿਵਾਰ ਵਾਲਿਆਂ ਤੋਂ ਕੋਈ ਫਰੌਤੀ ਜਾਂ ਹੋਰ ਚੀਜ਼ ਦੀ ਮੰਗ ਹੀ ਨਹੀਂ ਕੀਤੀ। ਜਿਸ ਤਰ੍ਹਾਂ ਕਤਲ ਕੀਤਾ ਗਿਆ ਹੈ, ਇਸ ਤੋਂ ਅਜਿਹਾ ਜਾਪਦਾ ਹੈ ਕਿ ਅਗਵਾਕਾਰ ਜਾਂ ਤਾਂ ਪੰਜਾਬੀ ਪਰਿਵਾਰ ਦੇ ਵਪਾਰ ਨੂੰ ਲੈ ਕੇ ਈਰਖਾ ਕਰਦੇ ਸਨ ਜਾਂ ਫਿਰ ਨਸਲੀ ਵਿਤਕਰੇ ਨਾਲ ਘਟਨਾ ਹੋ ਸਕਦੀ ਹੈ। ਸਿਰਸਾ ਨੇ ਕੇਂਦਰ ਸਰਕਾਰ ਤੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਵੀ ਕੀਤੀ ਹੈ ਤਾਂ ਜੋ ਪਰਿਵਾਰ ਨੂੰ ਇਨਸਾਫ ਦਿਵਾਇਆ ਜਾ ਸਕੇ। ਅਮਰੀਕਾ ਵਿੱਚ ਹੁਣ ਸੀਮਤ ਮਾਤਰਾ ਵਿੱਚ ਭੰਗ ਰੱਖਣ ਜਾਂ ਵਰਤਣ ਦੇ ਲਈ ਜੇਲ੍ਹ ਨਹੀਂ ਜਾਣਾ ਪਏਗਾ। ਨਾਲ ਹੀ ਅਜਿਹੇ ਦੋਸ਼ਾਂ ਲਈ ਸਜ਼ਾ ਕੱਟ ਰਹੇ ਲੋਕਾਂ ਨੂੰ ਵੀ ਜੇਲ੍ਹ ਤੋਂ ਰਿਹਾ ਕੀਤਾ ਜਾਏਗਾ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਵੀਰਵਾਰ ਨੂੰ ਮਾਰਜੁਆਨਾ ਭਾਵ ਭੰਗ ਰੱਖਣ ਦੇ ਦੋਸ਼ੀ ਹਜ਼ਾਰਾਂ ਅਮਰੀਕੀਆਂ ਨੂੰ ਮੁਆਫ ਕਰ ਦਿੱਤਾ ਹੈ। ਇਸ ਤਰ੍ਹਾਂ ਉਹਨਾਂ ਨੇ ਮੱਧਕਾਲੀ ਚੋਣਾਂ ਤੋਂ 1 ਮਹੀਨਾ ਪਹਿਲਾਂ ਆਪਣੇ ਸਮਰਥਕਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ। ਬਾਈਡਨ ਨੇ ਕਿਹਾ ਕਿ ਮੈਂ ਸਿਰਫ ਭੰਗ ਰੱਖਣ ਦੇ ਸਾਰੇ ਪੁਰਾਣੇ ਅਪਰਾਧਾਂ ਲਈ ਮੁਆਫੀ ਦਾ ਐਲਾਨ ਕਰ ਰਿਹਾ। ਹਾਲਾਂਕਿ ਉਹਨਾਂ ਨੇ ਇਸ ਨੂੰ ਪੂਰੀ ਤਰ੍ਹਾਂ ਨਾਲ ਅਪਰਾਧ ਮੁਕਤ ਬਣਾਉਣ ਦੀ ਗੱਲ ਨਹੀਂ ਕਹੀ। ਉਹਨਾਂ ਨੇ ਕਿਹਾ ਕਿ ਘੱਟ ਉਮਰ ਦੇ ਲੋਕਾਂ ਲਈ ਤਸਕਰੀ ਅਤੇ ਵੇਚਣ ਤੇ ਸੀਮਾਵਾਂ ਬਰਕਰਾਰ ਰਹਿਣੀਆਂ ਚਾਹੀਦੀਆਂ ਨੇ। ਅਮਰੀਕਾ ਦੇ ਬਹੁਤ ਸਾਰੇ ਰਾਜਾਂ ਵਿੱਚ ਲੋਕਾਂ ਨੂੰ ਪਹਿਲ ਹੀ ਨਾ ਸਿਰਫ ਡਾਕਟਰੀ ਵਰਤੋਂ ਲਈ ਬਲਕਿ ਸ਼ੌਕ ਦੇ ਤੌਰ ਤੇ ਵੀ ਭੰਗ ਖਰੀਦਣ ਦੀ ਆਗਿਆ ਹੈ। BBC ਦੀਆਂ ਖਬਰਾਂ ਦੇ ਅਨੁਸਾਰ ਇੱਕ ਤਾਜ਼ਾ ਪੋਲ ਦਰਸਾਉਂਦਾ ਹੈ ਕਿ ਜ਼ਿਆਦਾਤਰ ਅਮਰੀਕੀ ਮੰਨਦੇ ਨੇ ਕਿ ਭੰਗ ਕਾਨੂੰਨੀ ਹੋਣੀ ਚਾਹੀਦੀ ਹੈ। ਬਾਈਡਨ ਨੇ ਕਿਹਾ ਕਿ ਭੰਗ ਰੱਖਣ ਦੇ ਦੋਸ਼ ਵਿੱਚ ਲੋਕਾਂ ਨੂੰ ਜੇਲ੍ਹ ਭੇਜ ਕੇ ਉਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਗਈਆਂ।
ਵਾਈਡਨ ਨੇ ਕਿਹਾ, ਅਜਿਹੇ ਲੋਕਾਂ ਨੂੰ ਵਿਵਹਾਰ ਲਈ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ, ਜਿਸ ਤੇ ਹੁਣ ਬਹੁਤ ਸਾਰੇ ਰਾਜਾਂ ਵਿੱਚ ਪਾਬੰਦੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਭੰਗ ਲਈ ਜੇਲ੍ਹ ਜਾਣ ਵਾਲੇ ਨਸਲੀ ਘੱਟ ਗਿਣਤੀਆਂ ਦੀ ਕਿਤੇ ਵੱਧ ਹੈ ਔਰ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਭੰਗ ਦੀ ਵਰਤੋਂ ਨੂੰ ਲੈ ਕੇ ਅਪਰਾਧਕ ਨੀਤੀ ਨੂੰ ਬਦਲਣ ਲਈ 3 ਕਦਮ ਚੁੱਕਣ ਜਾ ਰਿਹਾ ਹਾਂ। ਇਸ ਵਿੱਚ ਪਹਿਲਾ ਭੰਗ ਰੱਖਣ ਦੇ ਸਾਰੇ ਦੋਸ਼ੀਆਂ ਨੂੰ ਸੰਘੀ ਕਾਨੂੰਨ ਦੇ ਤਹਿਤ ਮੁਆਫੀ ਦਿੱਤੀ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਅਟਾਰਨੀ ਜਨਰਲ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਯੋਗ ਵਿਅਕਤੀਆਂ ਦੀਆਂ ਸਜ਼ਾਵਾਂ ਨੂੰ ਖਤਮ ਕੀਤਾ ਜਾਏ। ਇਹ ਫੈਸਲਾ ਵੱਡੀ ਗਿਣਤੀ ਵਿੱਚ ਭੰਗ ਰੱਖਣ ਦੇ ਲਈ ਸਜ਼ਾ ਕੱਟ ਰਹੇ ਲੋਕਾਂ ਦੀ ਮਦਦ ਕਰੇਗਾ। ਵਾਈਡਨ ਦੇ ਹੁਕਮਾਂ ਤੋਂ ਬਾਅਦ ਦੇਸ਼ ਦੇ ਸਾਰੇ ਗਵਰਨਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜਿਨ੍ਹਾਂ ਲੋਕਾਂ ਕੋਲ ਸੀਮਿਤ ਮਾਤਰਾ ਵਿੱਚ ਭੰਗ ਹੈ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਇੱਕ 74 ਸਾਲਾ ਪੰਜਾਬੀ ਵਿਅਕਤੀ ਨੇ ਪਿਛਲੇ ਹਫ਼ਤੇ ਵਾਲਮਾਰਟ ਦੇ ਦੱਖਣੀ ਸਨ ਹਾਊਸ ਦੀ ਪਾਰਕਿੰਗ ਵਿੱਚ ਆਪਣੀ ਨੂੰਹ ਤੇ ਜਾਨਲੇਵਾ ਹਮਲਾ ਕਰਦਿਆਂ ਉਸ ਨੂੰ ਗੋਲੀ ਮਾਰ ਕੇ ਜਾਨੋਂ ਮਾਰ ਦਿੱਤਾ ਸੀ। ਪੁਲਿਸ ਦੇ ਮੁਤਾਬਕ ਗੋਲੀ ਮਾਰ ਕੇ ਔਰਤ ਨੂੰ ਜਾਨੋਂ ਮਾਰਨ ਵਾਲਾ ਵਿਅਕਤੀ ਉਸ ਦਾ ਸਹੁਰਾ ਲੱਗਦਾ ਸੀ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ, ਜੋ ਜੇਲ੍ਹ ਵਿੱਚ ਬੰਦ ਹੈ। ਗੋਲੀ ਮਾਰ ਕੇ ਨੂੰਹ ਦੀ ਮਾਰਨ ਵਾਲੇ ਵਿਅਕਤੀ ਦੀ ਪਹਿਚਾਣ ਸੀਤਲ ਸਿੰਘ ਦੁਸਾਂਝ ਵਜੋਂ ਹੋਈ ਹੈ। ਉਸਨੇ ਇਸ ਘਟਨਾ ਨੂੰ ਉੱਥੇ ਅੰਜਾਮ ਦਿੱਤਾ ਜਿੱਥੇ ਉਹ ਕੰਮ ਕਰਦੀ ਸੀ। ਆਪਣੇ ਬੇਟੇ ਨੂੰ ਤਲਾਕ ਦੇਣ ਦੀ ਯੋਜਨਾ ਤੇ ਗੁੱਸੇ ਵਿੱਚ ਉਸਨੇ ਔਰਤ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਕੈਲੀਫੋਰਨੀਆ ਦੇ ਫ੍ਰਿਜ਼ਨੋ ਦੇ ਰਹਿਣ ਵਾਲੇ ਸੀਤਲ ਸਿੰਘ ਦੁਸਾਂਝ ਤੇ ਪੁਲਿਸ ਨੇ ਆਪਣੀ ਨੂੰਹ ਨੂੰ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਕਤਲ ਦੇ ਦੋਸ਼ ਲਗਾਏ ਨੇ। ਇਹ ਕਤਲ ਬੀਤੇ ਦਿਨੀ 30 ਸਤੰਬਰ ਨੂੰ ਅਲਮੋਡੇਨ ਦੇ ਨੇੜੇ ਵਾਲਮਾਰਟ ਨਾਂ ਦੇ ਸਟੋਰ ਦੀ ਪਾਰਕਿੰਗ ਲਾਟ ਵਿੱਚ ਹੋਇਆ ਸੀ। ਸੀਤਲ ਸਿੰਘ ਦੁਸਾਂਝ ਦੀ ਗ੍ਰਿਫਤਾਰੀ ਦੀ ਅਗਵਾਈ ਕਰਨ ਵਾਲਾ ਪੁਲਿਸ ਜਾਂਚ ਤੋਂ ਪਤਾ ਚੱਲਿਆ ਹੈ ਕਿ ਉਸ ਨੂੰ ਮਾਰਨ ਲਈ ਉਸਦੇ ਸਹੁਰੇ ਸੀਤਲ ਸਿੰਘ ਦੁਸਾਂਝ ਨੇ 150 ਮੀਲ ਦਾ ਸਫ਼ਰ ਕੀਤਾ। ਉਸ ਵੱਲੋਂ ਮਾਰੀ ਗਈ ਆਪਣੀ ਨੂੰਹ, ਜਿਸ ਦਾ ਨਾਮ ਗੁਰਪ੍ਰੀਤ ਕੌਰ ਦੁਸਾਂਝ ਸੀ, ਦੀ ਮੌਤ ਬਾਰੇ ਵਾਲਮਾਰਟ ਦੇ ਇੱਕ ਸਹਿਕਰਮੀ ਨੇ ਉਸ ਦੀ ਲਾਸ਼ ਪਾਰਕਿੰਗ ਲਾਟ ਵਿੱਚ ਇੱਕ ਕਾਰ ਵਿੱਚ ਪਈ ਦੇਖੀ, ਜੋ ਘੱਟੋ-ਘੱਟ 2 ਗੋਲੀਆਂ ਦੇ ਜ਼ਖਮਾਂ ਤੋਂ ਪੀੜਤ ਸੀ। ਉਸ ਨੂੰ ਘਟਨਾ ਸਥਾਨ ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ। ਅਮਰੀਕਾ ਦੇ ਕੈਲੀਫੋਰਨੀਆ ਵਿੱਚ ਹਿੰਦੂਫੋਬੀਆ ਨਾਲ ਜੁੜੇ ਨਫ਼ਰਤੀ ਹਮਲੇ ਦਾ ਮਾਮਲਾ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਅਪਰਾਧੀ ਕੇਵਲ ਸਾੜੀਆਂ ਪਹਿਨਣ ਵਾਲੀਆਂ ਹਿੰਦੂ ਔਰਤਾਂ ਤੇ ਹਮਲਾ ਕਰਕੇ ਗਹਿਣੇ ਲੁੱਟਦਾ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਮੂਲ ਦੀਆਂ 14 ਤੋਂ ਵੱਧ ਔਰਤਾਂ ਤੇ ਅਜਿਹੇ 14 ਤੋਂ ਵੱਧ ਹਮਲੇ ਦਰਜ ਕੀਤੇ ਗਏ ਨੇ। ਦੋਸ਼ੀ ਦੱਖਣੀ ਖਾੜੀ ਦੇ ਨੇੜੇ ਮਿਲਪਿਟਾਸ, ਸੈਨ ਜੌਸ, ਸੰਤ ਕਲਾਰਾ, ਸਨੀਵੇਲ ਖੇਤਰਾਂ ਵਿੱਚ ਰਵਾਇਤੀ ਭਾਰਤੀ ਗਹਿਣੇ ਅਤੇ ਸਾੜੀਆਂ ਪਹਿਨਣ ਵਾਲੀਆਂ ਔਰਤਾਂ ਤੇ ਹਮਲਾ ਕਰਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਘਟਨਾ ਵਿੱਚ ਦੋਸ਼ੀ ਨੇ ਇੱਕ ਔਰਤ ਦੇ ਪਤੀ ਦੀ ਕੁੱਟਮਾਰ ਕੀਤੀ ਸੀ, ਜੋ ਉਸ ਨੂੰ ਲੁੱਟ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਵਿਅਕਤੀ 50 ਤੋਂ 73 ਸਾਲ ਦੀਆਂ ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ। ਅੰਦਾਜ਼ਾ ਹੈ ਕਿ ਇਸਨੇ 30 ਲੱਖ ਰੁਪਏ ਦੇ ਗਹਿਣੇ ਲੁੱਟ ਲਏ ਨੇ। ਉੱਤਰੀ ਕੋਰੀਆ ਲਗਾਤਾਰ ਬੈਲਿਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਕਰ ਰਿਹਾ। ਹਾਲ ਹੀ ਵਿੱਚ ਉਸਨੇ ਜਾਪਾਨ ਤੇ ਬੈਲਿਸਟਿਕ ਮਿਜ਼ਾਈਲਾਂ ਵੀ ਦਾਗੀਆਂ ਸਨ। ਅਮਰੀਕਾ ਨੇ ਉੱਤਰੀ ਕੋਰੀਆ ਦੇ ਬਹਾਨੇ ਰੂਸ ਅਤੇ ਚੀਨ ਨੂੰ ਨਿਸ਼ਾਨਾ ਬਣਾਇਆ ਔਰ ਦੋਵਾਂ ਦੇਸ਼ਾਂ ਦਾ ਨਾਂ ਲਏ ਬਿਨਾਂ ਅਮਰੀਕਾ ਨੇ ਕਿਹਾ ਕਿ ਰੂਸ ਅਤੇ ਚੀਨ ਆਪਣੇ ਪਰਮਾਣੂ ਹਥਿਆਰਾਂ ਅਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮਾਂ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀਆਂ ਪਾਬੰਦੀਆਂ ਤੇ ਪਿਓਂਗਯਾਂਗ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਲਿੰਡਾ ਥਾਮਸ ਗ੍ਰੀਨਫੀਲਡ ਨੇ ਕਿਹਾ ਕਿ ਉੱਤਰੀ ਕੋਰੀਆ ਨੂੰ ਸੰਯੁਕਤ ਰਾਸ਼ਟਰ ਦੇ 2 ਮੈਂਬਰਾਂ ਤੋਂ ਪੂਰੀ ਸੁਰੱਖਿਆ ਮਿਲੀ ਹੈ। ਸੰਖੇਪ ਵਿੱਚ ਸੁਰੱਖਿਆ ਪਰਿਸ਼ਦ ਦੇ 2 ਸਥਾਈ ਮੈਂਬਰਾਂ ਨੇ ਕਿਮ ਯੋਂਗ ਉਹਨਾਂ ਨੂੰ ਸਮਰਥਨ ਬਣਾਇਆ ਹੈ ਔਰ ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਨੇ 5 ਸਾਲਾਂ ਵਿੱਚ ਪਹਿਲੀ ਵਾਰ ਜਾਪਾਨ ਉੱਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਨੇ। ਮਿਜ਼ਾਈਲ ਪ੍ਰੀਖਣ ਤੋਂ ਬਾਅਦ ਬੁੱਧਵਾਰ ਨੂੰ 15 ਮੈਂਬਰੀ ਕੌਂਸਲ ਦੀ ਬੈਠਕ ਹੋਈ। ਜਾਪਾਨ ਨੇ ਆਪਣੇ ਨਿਵਾਸੀਆਂ ਨੂੰ ਲੈ ਕੇ ਸਲਾਹ ਦਿੱਤੀ ਹੈ। ਉੱਤਰੀ ਕੋਰੀਆ ਨੇ ਮੰਗਲਵਾਰ ਨੂੰ ਆਪਣੇ ਪੂਰਬੀ ਤੱਟ ਤੋਂ ਮਿਜ਼ਾਈਲਾਂ ਦਾਗੀਆਂ। ਮਿਜ਼ਾਈਲ ਦਾਗੇ ਜਾਣ ਤੋਂ ਬਾਅਦ ਟੋਕੀਓ ਨੇ ਆਪਣੇ ਨਾਗਰਿਕਾਂ ਨੂੰ ਪਨਾਹ ਲੈਣ ਲਈ ਕਿਹਾ। ਕਿਓਡੋ ਨਿਊਜ਼ ਦੇ ਅਨੁਸਾਰ ਸਰਕਾਰ ਨੇ ਮੰਗਲਵਾਰ ਤੜਕੇ ਇੱਕ ਅਲਰਟ ਜਾਰੀ ਕੀਤਾ, ਜਿਸ ਵਿੱਚ ਜਾਪਾਨ ਦੇ ਉੱਤਰੀ ਮੁੱਖ ਟਾਪੂ ਹੋਕਾਈਡੋ ਅਤੇ ਉੱਤਰ ਪੂਰਬੀ ਪ੍ਰਾਂਤ ਓਮੋਰੀ ਦੇ ਨਿਵਾਸੀਆਂ ਨੂੰ ਇਮਾਰਤਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 200 ਫੁੱਟ ਉਚਾਈ ਵਾਲੇ ਗ੍ਰੇਟ ਕੈਨੇਡੀਅਨ ਬੰਗੀ ਟਾਵਰ ਤੋਂ ਛਾਲ ਮਾਰ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਕਿਊਬੈਕ ਸੂਬੇ ਦੇ ਚੈਲਿਸਾ ਵਿਖੇ ਮੌਰਿਸਨਜ਼ ਕੌਰੀ ਝੀਲ ਤੇ ਸਥਿਤ ਕੈਨੇਡੀਅਨ ਬੰਗੀ ਟਾਵਰ ਤੋਂ ਛਾਲ ਮਾਰਨ ਵਾਸਤੇ ਦੂਰ ਦਰਾਡੇ ਤੋਂ ਸੈਲਾਨੀ ਆਉਂਦੇ ਨੇ। ਸਨ 1990 ਚ ਬਣੇ ਤੇ ਕੈਨੇਡਾ ਦੇ ਉੱਚੇ ਟਾਵਰ ਵਜੋਂ ਜਾਣੇ ਜਾਂਦੇ ਕੈਨੇਡੀਅਨ ਬੰਗੀ ਟਾਵਰ ਤੋਂ ਇੱਕ ਵਾਰ ਛਾਲ ਮਾਰਨ ਦੇ ਟਿਕਟ ਦੀ ਕੀਮਤ $147 ਭਾਵ 8,800 ਰੁਪਏ ਹੈ। ਛਾਲ ਮਾਰਨ ਦੇ ਚਾਹਵਾਨ ਨੂੰ ਪੂਰੀ ਸੁਰੱਖਿਆ ਨਾਲ ਇੱਕ ਮੋਟੀ ਰੱਸੀ ਤੇ ਬੈਲਟ ਨਾਲ ਬੰਨ੍ਹ ਦਿੱਤਾ ਜਾਂਦਾ ਹੈ ਤੇ ਛਾਲ ਮਾਰਨ ਤੋਂ ਪਹਿਲਾਂ ਲੰਬਾ ਸਾਹ ਦਵਾਇਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਫਰਜ਼ੰਦ ਐਕਸਵੀਅਰ ਦਾ 18 ਅਕਤੂਬਰ ਨੂੰ ਜਨਮ ਦਿਨ ਹੈ ਅਤੇ ਉਹ ਇਸ ਵਿੱਚ ਖੁਸ਼ੀ 'ਚ ਐਕਸਵੀਅਰ ਦੇ ਕਹਿਣ ਤੇ ਬੰਗੀ ਟਾਵਰ ਆਏ ਸਨ। ਇਸ ਮੌਕੇ ਜਸਟਿਨ ਟਰੂਡੋ ਦੇ ਪੁੱਤਰ ਐਕਸਵੀਅਰ ਤੇ ਧੀ ਇਲਾ ਗ੍ਰੇਸ ਵੀ ਹਾਜ਼ਰ ਸਨ।
ਕੈਨੇਡਾ ਦੇ ਕੈਲੇਡਨ ਸ਼ਹਿਰ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ 'ਚ ਪੁਲਿਸ ਨੇ 2 ਪੰਜਾਬੀਆਂ ਵਿਰੁੱਧ ਦੋਸ਼ ਆਇਦ ਕਰ ਦਿੱਤੇ ਨੇ। ਨਵਜੋਤ ਸਿੰਘ ਅਤੇ ਅਦਨਾਨ ਜੱਜਾ ਨਾਂ ਦੇ ਇਹ ਵਿਅਕਤੀ ਸਰੀ ਦੇ ਵਾਸੀ ਨੇ ਤੇ ਪੁਲਿਸ ਨੇ ਇਹਨਾਂ ਨੂੰ ਘਟਨਾ ਵਾਲੇ ਦਿਨ ਹੀ ਗ੍ਰਿਫਤਾਰ ਕਰ ਲਿਆ ਸੀ। ਕੈਲੇਡਨ ਦੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ 30 ਸਤੰਬਰ ਨੂੰ ਤੜਕੇ ਲਗਭਗ 4:19 ਤੇ ਕੈਲੇਡਨ ਦੇ 올ਡ ਸਕੂਲ ਰੋਡ ਤੇ ਗੋਲੀਬਾਰੀ ਹੋਣ ਸੰਬੰਧੀ ਸੂਚਨਾ ਮਿਲੀ ਸੀ। ਕੈਨੇਡਾ ਵਿੱਚ ਆਪਣੀ ਮਿਹਨਤ ਤੇ ਲਗਨ ਦੇ ਦਮ ਤੇ ਪੰਜਾਬੀਆਂ ਨੇ ਚੰਗਾ ਮੁਕਾਮ ਹਾਸਲ ਕੀਤਾ ਹੈ। ਇਸ ਤੇ ਚਲਦਿਆਂ ਸਿਆਸਤ ਤੇ ਕਾਰੋਬਾਰ ਤੋਂ ਲੈ ਕੇ ਹਰ ਖੇਤਰ ਵਿੱਚ ਇਸ ਭਾਈਚਾਰੇ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸੇ ਤਰ੍ਹਾਂ ਖੇਡਾਂ ਵਿੱਚ ਵੀ ਪੰਜਾਬ ਦੇ ਨੌਜਵਾਨਾਂ ਤੇ ਲੜਕੀਆਂ ਚੰਗੀਆਂ ਮੱਲਾਂ ਮਾਰ ਰਹੇ ਨੇ। ਤਾਜ਼ਾ ਖਬਰ ਦੇ ਹਿਸਾਬ ਨਾਲ ਅਲਬਰਟਾ ਤੋਂ ਜੋ ਖਬਰ ਆਈ ਹੈ, ਉੱਥੇ ਪ੍ਰਬਲਿਨ ਕਰੇਬਾਲ ਨੂੰ ਕੈਨੇਡਾ ਦੇ ਵਕਾਰੀ ਫੀਲਡ ਹਾਕੀ ਪ੍ਰੋਗਰਾਮ ਲਈ ਚੁਣਿਆ ਗਿਆ ਹੈ। ਇਹ ਸਫਲਤਾ ਹਾਸਲ ਕਰਨ ਵਾਲੀ ਉਹ ਪਹਿਲੀ ਪੰਜਾਬਣ ਲੜਕੀ ਬਣ ਗਈ ਹੈ। ਪੰਜਾਬ ਦੇ ਕਿਲਾ ਰਾਏਪੁਰ ਦੀ ਵਸਨੀਕ ਪ੍ਰਬਲਿਨ ਕੌਰ ਗਰੇਵਾਲ ਨੂੰ ਅਲਬਰਟਾ ਵਿੱਚ ਹੋਣ ਵਾਲੇ ਕੈਨੇਡਾ ਦੇ ਮਹਿਲਾ ਨੈਕਸਟਨ ਜਨ ਫੀਲਡ ਹਾਕੀ ਪ੍ਰੋਗਰਾਮ ਲਈ ਚੁਣਿਆ ਗਿਆ ਹੈ। ਤੇਲ ਕੀਮਤਾਂ ਨੂੰ ਲੈ ਕੇ ਕੈਨੇਡਾ ਦੀ ਸੰਸਦ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਐਨਡੀਪੀ ਦੇ ਮੁਖੀ ਜਗਮੀਤ ਨਾਲ ਵਿਰੋਧੀ ਧਿਰ ਦੀ ਕਾਫੀ ਨੋਕ-ਝੋਕ ਹੋਈ ਹੈ। ਕੰਜ਼ਰਵੇਟਿਵ ਪਾਰਟੀ ਦੇ ਕੁਝ ਆਗੂਆਂ ਨੇ ਤੇਲ ਦੀਆਂ ਕੀਮਤਾਂ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਜਿਸ ਰਫ਼ਤਾਰ ਨਾਲ ਦਿਨ ਪ੍ਰਤੀ ਦਿਨ ਤੇਲ ਦੀਆਂ ਕੀਮਤਾਂ ਵਧ ਰਹੀਆਂ ਨੇ, ਉਸ ਨੂੰ ਲੈ ਕੇ ਲੋਕਾਂ ਵਿੱਚ ਦਹਿਸ਼ਤ ਹੈ। ਲੋਕ ਘਰ ਨਹੀਂ ਖਰੀਦ ਸਕਦੇ, ਇੱਥੋਂ ਤੱਕ ਕਿ ਕਿਰਾਏ ਤੇ ਰਹਿਣ ਵਾਲੇ ਲੋਕ ਵੀ ਡਾਢੇ ਪਰੇਸ਼ਾਨ ਨੇ। ਉਹਨਾਂ ਨੇ ਕਿਹਾ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਦੇਸ਼ ਦੀ ਉન્નਤੀ ਤੇ ਤਰੱਕੀ ਦੇ ਸੋਲੇ ਗਾਉਂਦੇ ਨਹੀਂ ਥੱਕਦੇ, ਦੂਜੇ ਪਾਸੇ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਕੱਪੜੇ ਦੀਆਂ ਕੀਮਤਾਂ ਨੂੰ ਅੱਗ ਲੱਗੀ ਹੋਈ ਹੈ। ਉਹਨਾਂ ਨੇ ਕਿਹਾ ਕਿ ਐਨਡੀਪੀ ਦੇ ਆਗੂ ਜਗਮੀਤ ਸਿੰਘ ਕਿਸ ਗੱਲ ਨੂੰ ਲੈ ਕੇ ਟਰੂਡੋ ਸਰਕਾਰ ਦਾ ਸਮਰਥਨ ਕਰਦੇ ਨੇ, ਜਦੋਂ ਕਿ ਲੋਕਾਂ ਨੂੰ ਭੁੱਖੇ ਮਰਨ ਲਈ ਮਜਬੂਰ ਕੀਤਾ ਹੋਇਆ ਹੈ। ਵਿਰੋਧੀ ਧਿਰ ਦੇ ਇੱਕ ਆਗੂ ਨੇ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਇਮੀਗ੍ਰੇਸ਼ਨ ਦੇ ਬਾਰੇ ਪੁੱਛਦੇ ਹੋਏ ਕਿਹਾ ਕਿ ਲੋਕ 2-2 ਸਾਲਾਂ ਤੋਂ ਕਤਾਰ 'ਚ ਨੇ, ਉਹਨਾਂ ਨੂੰ ਯੋਗ ਵੀਜ਼ੇ ਨਹੀਂ ਮਿਲ ਰਹੇ। ਭਾਰਤੀ ਮੂਲ ਦੇ ਵਿਗਿਆਨੀ, ਕਵੀ ਤੇ ਖੋਜੀ ਵਿਦਵਾਨ ਗੁਰਮੇਲ ਸਿੰਘ ਸਿੱਧੂ ਦਾ ਅਮਰੀਕਾ 'ਚ ਦੇਹਾਂਤ ਹੋ ਗਿਆ। ਉੱਘੇ ਲੇਖਕ ਗੁਰਭਜਨ ਗਿੱਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਧੂ ਲੰਬਾ ਸਮਾਂ ਰੌਸ਼ਨ ਮੀਨਾਰ ਬਣੇ ਰਹੇ। ਉਹਨਾਂ ਦੇ ਦੇਹਾਂਤ ਨਾਲ ਅਮਰੀਕਾ ਤੇ ਕੈਨੇਡਾ ਦੇ ਪੰਜਾਬੀ ਹਲਕਿਆਂ 'ਚ ਸੋਗ ਦੀ ਲਹਿਰ ਦੌੜ ਗਈ। ਰੂਸ ਵਿੱਚ ਇੱਕ ਰੇਲਵੇ ਮਾਲ ਗੱਡੀ ਨੂੰ ਪਟੜੀ ਤੇ ਦੌੜਦੇ ਦੇਖਿਆ ਗਿਆ। ਰਿਪੋਰਟ ਦੇ ਮੁਤਾਬਕ ਇਹ ਟ੍ਰੇਨ ਰੂਸ ਦੇ ਰੱਖਿਆ ਮੰਤਰਾਲੇ ਦੇ ਪਰਮਾਣੂ ਹਥਿਆਰ ਵਿਭਾਗ ਨਾਲ ਜੁੜੀ ਹੋਈ ਹੈ। ਮਾਹਿਰ ਡਿਵੀਜ਼ਨ ਪਰਮਾਣੂ ਦੇ ਸਟੋਰੇਜ ਰੱਖ ਰਖਾਅ ਤੇ ਪ੍ਰਬੰਧਨ ਲਈ ਸਮਰਪਿਤ ਹੈ। ਯਾਨੀ ਇਹ ਹਲਚਲ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਪਰਮਾਣੂ ਬੰਬ ਹਮਲੇ ਦੀ ਧਮਕੀ ਨੂੰ ਹੋਰ ਮਜ਼ਬੂਤ ਕਰਦੀ ਹੈ। ਜ਼ਾਹਿਰ ਹੈ ਕਿ ਇਹ ਯੂਕਰੇਨ ਅਤੇ ਯੁੱਧ ਵਿੱਚ ਪਿੱਛੇ ਤੋਂ ਇਸ ਦਾ ਸਮਰਥਨ ਕਰ ਰਹੇ ਨੇ। ਪੱਛਮੀ ਦੇਸ਼ਾਂ ਲਈ ਖਤਰੇ ਦਾ ਸੰਕੇਤ ਹੈ। ਐਤਵਾਰ ਨੂੰ ਰੂਸੀ ਪੱਖੀ ਚੈਨਲ ਰਾਈਬਰ ਦੁਆਰਾ ਟੈਲੀਗ੍ਰਾਮ ਮੈਸੇਜਿੰਗ ਐਪ ਤੇ ਇੱਕ ਕਲਿੱਪ ਪੋਸਟ ਕੀਤੀ ਗਈ ਸੀ। ਕਲਿੱਪ ਵਿੱਚ ਇੱਕ BPM-97 ਬਖਤਰਬੰਦ ਪਰਸੋਨਲ ਕੈਰੀਅਰ ਅਤੇ ਮੱਧ ਰੂਸ ਵਿੱਚੋਂ ਲੰਘਦੇ ਹੋਏ ਹੋਰ ਫੌਜੀ ਵਾਹਨਾਂ ਦੀ ਇੱਕ ਲੜੀ ਦਿਖਾਈ ਗਈ। ਅਜਿਹੇ ਉન્નਤ ਮਿਲਟਰੀ ਹਾਰਡਵੇਅਰ ਜਿਨ੍ਹਾਂ ਦੀ ਪਸੰਦ ਯੂਕਰੇਨ ਵਿੱਚ ਫਰੰਟ ਲਾਈਨ ਤੇ ਘੱਟ ਸੀ, ਤਾਇਨਾਤ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ APC ਨੂੰ ਇੱਕ ਵਧੇਰੇ ਸਮਰੱਥ ਬੁਰਜ, ਮਜ਼ਬੂਤ ਹਮਲੇ ਅਤੇ ਮਾਈਨ ਪ੍ਰੂਫ ਕਵਚ ਅਤੇ ਇੱਕ ਹਵਾ ਸ਼ੁੱਧੀਕਰਨ ਪ੍ਰਣਾਲੀ ਨਾਲ ਅਪਗ੍ਰੇਡ ਕੀਤਾ ਗਿਆ ਹੈ, ਜੋ ਕਿ ਇਸ ਵਿੱਚ ਰਹਿਣ ਵਾਲਿਆਂ ਨੂੰ ਲਗਾਤਾਰ ਪੈਦਲ ਫੌਜ ਦੇ ਹਮਲਿਆਂ ਦਾ ਸਾਹਮਣਾ ਕਰਨ ਦੀ ਆਗਿਆ ਦੇਣ ਦੇ ਲਈ ਤਿਆਰ ਕੀਤਾ ਗਿਆ ਹੈ। ਈਰਾਨ ਦੇ ਪੱਛਮੀ ਅਜ਼ਰਬਾਈਜਾਨ ਸੂਬੇ ਵਿੱਚ ਬੁੱਧਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ਤੇ ਇਸ ਦੀ ਤੀਬਰਤਾ 5.7 ਮਾਪੀ ਗਈ। ਭੂਚਾਲ ਵਿੱਚ 500 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਨੇ। ਇਸ ਨਾਲ 12 ਤੋਂ ਵੱਧ ਪਿੰਡਾਂ ਤੇ 500 ਘਰਾਂ ਨੂੰ ਨੁਕਸਾਨ ਪੁੱਜਾ। ਸਟੇਟ ਜਿਓਲੋਜੀਕਲ ਸਰਵੇ ਮੁਤਾਬਕ ਭੂਚਾਲ ਈਰਾਨ ਦੇ ਖੌਵੇ ਪਿੰਡ ਤੋਂ ਕਰੀਬ 11.6 ਕਿਲੋਮੀਟਰ ਦੂਰ ਅਤੇ 10 ਕਿਲੋਮੀਟਰ ਦੀ ਡੂੰਘਾਈ ਤੇ ਸੀ। ਇੱਕ ਅਧਿਕਾਰੀ ਨੇ ਸਥਾਨਕ ਮੀਡੀਆ ਨੂੰ ਦੱਸਿਆ, ਸਵੇਰੇ ਕਰੀਬ 3 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿੱਚ 528 ਲੋਕ ਜ਼ਖਮੀ ਹੋਏ ਨੇ। ਹਸਪਤਾਲ ਵਿੱਚ 135 ਲੋਕਾਂ ਦਾ ਇਲਾਜ ਚੱਲ ਰਿਹਾ। 50 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ। ਬਚਾਅ ਟੀਮਾਂ ਭੂਚਾਲ ਪ੍ਰਭਾਵਿਤ ਇਲਾਕਿਆਂ ਵਿੱਚ ਹਾਲਾਤ ਨੂੰ ਆਮ ਵਾਂਗ ਲਿਆਉਣ ਵਿੱਚ ਜੁਟੀਆਂ ਹੋਈਆਂ ਨੇ। ਨੈਸ਼ਨਲ ਐਮਰਜੈਂਸੀ ਸਰਵਿਸਿਜ਼ ਨੇ ਕਿਹਾ ਕਿ ਭੂਚਾਲ ਦੇ ਕੇਂਦਰ ਦੇ ਨੇੜੇ ਹੋਏ ਖੋਏ ਅਤੇ ਸਲਮਾਸ ਦੇ ਕੁਝ ਪਿੰਡਾਂ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਕੱਟ ਦਿੱਤੀ ਗਈ ਹੈ। ਥਾਈਲੈਂਡ ਵਿੱਚ ਵੀਰਵਾਰ ਨੂੰ ਅੰਨ੍ਹੇਵਾਹ ਗੋਲੀਬਾਰੀ ਹੋਣ ਨਾਲ ਚਾਰੇ ਪਾਸੇ ਰੌਲਾ ਪੈ ਗਿਆ। ਥਾਈਲੈਂਡ ਦੇ ਉੱਤਰ ਪੂਰਬੀ ਸੂਬੇ ਵਿੱਚ ਇੱਕ ਸਮੂਹਿਕ ਗੋਲੀਬਾਰੀ 'ਚ 34 ਤੋਂ ਵੱਧ ਲੋਕ ਮਾਰੇ ਗਏ। ਇਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਨੇ। ਨਿਊਜ਼ ਏਜੰਸੀ ਰਾਈਟਰਸ ਨੇ ਪੁਲਿਸ ਬੁਲਾਰੇ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਚਾਈਲਡ ਕੇਅਰ ਸੈਂਟਰ ਵਿੱਚ ਭਿਆਨਕ ਗੋਲੀਬਾਰੀ ਹੋਈ, ਜਿਸ ਵਿੱਚ 34 ਤੋਂ ਜ਼ਿਆਦਾ ਲੋਕ ਮਾਰੇ ਗਏ ਨੇ। ਇਸ ਭਿਆਨਕ ਗੋਲੀਬਾਰੀ ਵਿੱਚ ਜਾਨ ਗਵਾਉਣ ਵਾਲਿਆਂ 'ਚ ਬੱਚੇ ਅਤੇ ਬਾਲਗ ਦੋਵੇਂ ਸ਼ਾਮਲ ਨੇ।
ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਬੰਦੂਕਧਾਰੀ ਸਾਬਕਾ ਪੁਲਿਸ ਅਧਿਕਾਰੀ ਹੈ ਅਤੇ ਉਸ ਦੀ ਭਾਲ ਜਾਰੀ ਹੈ। ਥਾਈ ਮੀਡੀਆ ਰਿਪੋਰਟਾਂ ਦੇ ਮੁਤਾਬਕ ਬੰਦੂਕਧਾਰੀ ਨੇ ਹਮਲੇ ਵਿੱਚ ਚਾਕੂਆਂ ਦੀ ਵੀ ਵਰਤੋਂ ਕੀਤੀ। ਕਈ ਮੀਡੀਆ ਆਊਟਲੈਟਾਂ ਨੇ ਹਮਲਾਵਰ ਦੀ ਪਛਾਣ ਖੇਤਰ ਦੇ ਸਾਬਕਾ ਪੁਲਿਸ ਲੈਫਟੀਨੈਂਟ ਕਰਨਲ ਵਜੋਂ ਕੀਤਾ, ਪਰ ਇਸ ਦੀ ਤੁਰੰਤ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ। ਇੱਕ ਸਥਾਨਕ ਪ੍ਰਕਾਸ਼ਨ ਦੇ ਅਨੁਸਾਰ ਪਾਨਿਆ ਨੂੰ ਡਰੱਗ ਟੈਸਟ ਵਿੱਚ ਅਸਫਲ ਰਹਿਣ ਤੋਂ ਬਾਅਦ 2021 ਵਿੱਚ ਪੁਲਿਸ ਫੋਰਸ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਥਾਈਲੈਂਡ ਦੀ ਸੈਂਟਰਲ ਇਨਵੈਸਟੀਗੇਟਿਵ ਪੁਲਿਸ ਨੇ ਇੱਕ ਬਿਆਨ 'ਚ ਕਿਹਾ, ਅਸੀਂ ਬਾਲ ਕੇਂਦਰ ਵਿੱਚ ਗੋਲੀਬਾਰੀ ਕਰਨ ਵਾਲੇ ਹਮਲਾਵਰ 34 ਸਾਲਾ ਪਾਨਿਆ ਖਮਰਾਬ ਦਾ ਪਿੱਛਾ ਕਰ ਰਹੇ ਹਾਂ। ਥਾਈਲੈਂਡ ਦੀ ਸੈਂਟਰਲ ਇਨਵੈਸਟੀਗੇਸ਼ਨ ਪੁਲਿਸ ਦੇ ਅਨੁਸਾਰ ਇੱਕ ਚਿੱਟੇ ਰੰਗ ਦਾ ਟੋਇਟਾ ਵੀਗੋ ਪਿਕਅਪ ਟਰੱਕ ਰਜਿਸਟਰਡ 6 ਕੌਰ 6499 ਬੈਂਕਾਕ ਜੋ ਕਿ ਅਪਰਾਧੀ ਦੁਆਰਾ ਵਰਤਿਆ ਗਿਆ ਸੀ। ਬ੍ਰਿਟੇਨ ਭਾਰਤੀ ਮੂਲ ਦੇ ਗ੍ਰਹਿ ਮੰਤਰੀ ਸੋਏਲਾ ਬ੍ਰੈਬਰਮੈਨ ਨੇ ਹਾਲ ਹੀ ਵਿੱਚ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਤੋਂ ਬਾਅਦ ਲੈਸਟਰ ਵਿੱਚ ਹੋਏ ਦੰਗਿਆਂ ਲਈ ਦੇਸ਼ ਵਿੱਚ ਬੇਹਿਸਾਬ ਪ੍ਰਵਾਸ ਅਤੇ ਨਵੇਂ ਲੋਕਾਂ ਵਿਚਲੇ ਮੇਲ-ਜੋਲ ਦੀ ਕਮੀ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਹੈ। ਬ੍ਰੈਬਰਮੈਨ ਨੇ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਮੰਗਲਵਾਰ ਸ਼ਾਮ ਬਰਮਿੰਘਮ ਵਿੱਚ ਆਯੋਜਿਤ ਕੰਜ਼ਰਵੇਟਿਵ ਪਾਰਟੀ ਦੇ ਸਾਲਾਨਾ ਸੰਮੇਲਨ ਵਿੱਚ ਪੂਰਬੀ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਆਪਣੇ ਦੌਰੇ ਦਾ ਜ਼ਿਕਰ ਕੀਤਾ, ਜਿੱਥੇ ਪਿਛਲੇ ਮਹੀਨੇ ਹਿੰਦੂ ਅਤੇ ਮੁਸਲਿਮ ਸਮੂਹਾਂ ਵਿਚਾਲੇ ਝੜਪ ਹੋ ਗਈ ਸੀ। ਸੰਮੇਲਨ ਦੌਰਾਨ ਉਹ ਕਹਿੰਦੇ ਨੇ ਕਿ ਮੈਂ ਹਾਲ ਵਿੱਚ ਲੈਸਟਰ ਗਈ, ਉੱਥੇ ਵੱਡੀ ਗਿਣਤੀ ਵਿੱਚ ਨਵੇਂ ਲੋਕਾਂ ਵਿਚਾਲੇ ਮੇਲ-ਜੋਲ ਦੀ ਕਮੀ ਕਾਰਨ ਦੰਗੇ ਅਤੇ ਨਾਗਰਿਕ ਅਵਵਸਥਾ ਪੈਦਾ ਹੋਈ ਹੈ। ਬ੍ਰਿਟੇਨ ਵਿੱਚ ਇਸ ਤਰ੍ਹਾਂ ਦੇ ਕਾਰੇ ਦੇ ਲਈ ਕੋਈ ਸਥਾਨ ਨਹੀਂ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਬ੍ਰਿਟੇਨ ਦੀਆਂ ਸਰਹੱਦਾਂ ਨੂੰ ਕੰਟਰੋਲ ਕਰਨਾ ਨਸਲਵਾਦ ਨਹੀਂ ਹੈ। ਉਹਨਾਂ ਨੇ ਘੱਟ ਕੁਸ਼ਲ ਕਾਮਿਆਂ ਦੀ ਗਿਣਤੀ ਘੱਟ ਕਰਨ ਦਾ ਵਾਅਦਾ ਕੀਤਾ ਹੈ। ਉਹਨਾਂ ਨੇ ਦੇਸ਼ ਵਿੱਚ ਪ੍ਰਵਾਸ ਨੂੰ ਕੰਟਰੋਲ ਕਰਨ ਦੀਆਂ ਆਪਣੀਆਂ ਯੋਜਨਾਵਾਂ ਦਾ ਸਮਰਥਨ ਕਰਦੇ ਹੋਏ ਆਪਣੀ ਪਰਿਵਾਰਕ ਵਿਰਾਸਤ ਦਾ ਜ਼ਿਕਰ ਕੀਤਾ ਹੈ। ਸੋਏਲਾ ਬ੍ਰੈਬਰਮੈਨ ਨੇ ਭਾਰਤੀਆਂ ਲਈ ਵੀਜ਼ਾ ਵਧਾਉਣ ਦੀ ਮੰਗ ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਉਸ ਨੂੰ ਭਾਰਤ ਨਾਲ ਬ੍ਰਿਟੇਨ ਦੇ ਵਪਾਰਕ ਸੌਦੇ ਬਾਰੇ ਰਿਜ਼ਰਵੇਸ਼ਨ ਹੈ, ਕਿਉਂਕਿ ਇਹ ਬ੍ਰਿਟੇਨ ਵਿੱਚ ਇਮੀਗ੍ਰੇਸ਼ਨ ਨੂੰ ਵਧਾ ਸਕਦਾ ਹੈ। ਦ ਗਾਰਡੀਅਨ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ। ਉਧਰ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਕਿਹਾ ਕਿ ਉਹ ਇਸ ਮਹੀਨੇ ਦੇ ਅੰਤ ਤੱਕ ਦੀਵਾਲੀ ਤੱਕ ਭਾਰਤ ਨਾਲ ਵਪਾਰ ਸਮਝੌਤੇ ਤੇ ਦਸਤਖਤ ਕਰਨਾ ਚਾਹੁੰਦੀ ਹੈ। ਭਾਰਤ ਸਰਕਾਰ ਭਾਰਤੀ ਨਾਗਰਿਕਾਂ ਲਈ ਵਰਕ ਅਤੇ ਸਟੱਡੀ ਵੀਜ਼ਿਆਂ ਵਿੱਚ ਵਾਧੇ ਦੀ ਮੰਗ ਕਰ ਰਹੀ ਹੈ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਬੋਰਿਸ ਜੌਨਸਨ ਨੇ ਕਿਹਾ ਸੀ ਕਿ ਸਮਝੌਤੇ ਨਾਲ ਇਮੀਗ੍ਰੇਸ਼ਨ ਵਿੱਚ ਵਾਧਾ ਹੋਏਗਾ। ਸਪੈਕਟੇਟਰ ਨਾਲ ਇੱਕ ਇੰਟਰਵਿਊ ਵਿੱਚ ਯੂਕੇ ਦੇ ਗ੍ਰਹਿ ਸਕੱਤਰ ਨੇ ਕਿਹਾ ਕਿ ਭਾਰਤੀ ਪ੍ਰਵਾਸੀ ਯੂਕੇ ਵੀਜ਼ਾ ਓਵਰਸਟੇਅਰਾਂ ਮਤਲਬ ਵੀਜ਼ਾ ਤੋਂ ਵੱਧ ਸਮਾਂ ਬਿਤਾਉਣ ਵਾਲਿਆਂ ਦੀ ਸਭ ਤੋਂ ਵੱਡੀ ਗਿਣਤੀ ਬਣਾਉਂਦੇ ਨੇ। ਗ੍ਰਹਿ ਸਕੱਤਰ ਨੇ ਭਾਰਤ ਦੇ ਨਾਲ ਇੱਕ ਸਮਝੌਤੇ ਦੀ ਆਲੋਚਨਾ ਵੀ ਕੀਤੀ ਹੈ, ਜਿਸ ਤੇ ਉਸਦੀ ਪੂਰਵਜ ਪ੍ਰੀਤੀ ਪਟੇਲ ਦੁਆਰਾ ਦਸਤਖਤ ਕੀਤੇ ਗਏ ਸਨ ਤਾਂ ਜੋ ਦੇਸ਼ ਵਾਪਸ ਪਰਤਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਅਤੇ ਓਵਰਸਟੇਅਰਾਂ ਦੀ ਗਿਣਤੀ ਵਿੱਚ ਵਾਧਾ ਹੋਏ। ਬ੍ਰੈਬਰਮੈਨ ਨੇ ਸਪੈਕਟੇਟਰ ਨੂੰ ਕਿਹਾ ਕਿ ਮੈਨੂੰ ਭਾਰਤ ਨਾਲ ਖੁੱਲੀ ਸਰਹੱਦਾਂ ਦੀ ਮਾਈਗ੍ਰੇਸ਼ਨ ਨੀਤੀ ਬਾਰੇ ਚਿੰਤਾ ਹੈ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੇ ਬ੍ਰੈਗਜ਼ਿਟ ਦੇ ਨਾਲ ਇਸ ਲਈ ਵੋਟ ਕੀਤਾ ਸੀ। ਆਸਟ੍ਰੇਲੀਆ ਵਿੱਚ ਦੋ ਭਾਰਤੀ ਵਿਦਿਆਰਥਣਾਂ ਦਿਵਿਆਂਗਨਾ ਸ਼ਰਮਾ ਅਤੇ ਰਿਤਿਕਾ ਸਕਸੈਨਾ ਨੇ ਵਕਾਰੀ ਵਿਕਟੋਰੀਅਨ ਪ੍ਰੀਮੀਅਰ ਅਵਾਰਡ ਜਿੱਤਿਆ। ਅਮਿਤ ਸਰਵਾਲ ਨੇ ਦਾ ਆਸਟ੍ਰੇਲੀਅਨ ਟੂਡੇ ਵਿੱਚ ਲਿਖਿਆ ਕਿ ਇਹ ਪੁਰਸਕਾਰ ਵਿਕਟੋਰੀਆ ਵਿੱਚ ਸ਼ਾਨਦਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਜਸ਼ਨ ਮਨਾਉਣ ਲਈ ਵਿਕਟੋਰੀਆ ਸਰਕਾਰ ਦੀ ਇੱਕ ਪਹਿਲ ਹੈ। ਦਿਵਿਆਂਗਨ ਸ਼ਰਮਾ ਨੇ ਪ੍ਰਸਿੱਧ ਵਿਕਟੋਰੀਆ ਪ੍ਰੀਮੀਅਰ ਅਵਾਰਡ ਇੰਟਰਨੈਸ਼ਨਲ ਸਟੂਡੈਂਟ ਆਫ ਦਾ ਈਅਰ 2021-22 ਜਿੱਤਿਆ, ਜਦੋਂ ਕਿ ਰਿਤਿਕਾ ਸਕਸੈਨਾ ਨੇ ਰਿਸਰਚ ਕੈਟਾਗਰੀ ਵਿੱਚ ਇੰਟਰਨੈਸ਼ਨਲ ਸਟੂਡੈਂਟ ਆਫ ਦਾ ਈਅਰ ਅਵਾਰਡ ਜਿੱਤਿਆ। ਦਿਵਿਆਂਗਨਾ ਨੇ ਉੱਚ ਸਿੱਖਿਆ ਸ਼੍ਰੇਣੀ ਵਿੱਚ ਵਿਕਟੋਰੀਆ ਦੀ ਅੰਤਰਰਾਸ਼ਟਰੀ ਸਿੱਖਿਆ ਪੁਰਸਕਾਰ 2021-22 ਵੀ ਜਿੱਤਿਆ। ਸਰਵਾਲ ਨੇ ਦੱਸਿਆ ਕਿ ਉਹ ਫਰਵਰੀ 2020 ਵਿੱਚ ਹੋਮਸਲੇਗਨ ਇੰਸਟੀਚਿਊਟ ਵਿੱਚ ਨਰਸਿੰਗ ਦੀ ਪੜ੍ਹਾਈ ਕਰਨ ਲਈ ਮੈਲਬੌਰਨ ਗਈ ਸੀ ਔਰ ਉਹਨਾਂ ਨੇ ਕਿਹਾ ਕਿ ਸੱਭਿਆਚਾਰਕ ਵਿਭਿੰਨਤਾ ਕਮਿਊਨਿਟੀ ਨੂੰ ਸ਼ਾਮਲ ਕਰਨਾ, ਸਿੱਖਿਆ ਦੇ ਮੌਕੇ, ਕਲਾ ਤੇ ਸੱਭਿਆਚਾਰ ਹੀ ਮੈਲਬੌਰਨ ਨੂੰ ਇੱਕ ਵਿਲੱਖਣ ਸ਼ਹਿਰ ਬਣਾਉਂਦਾ ਹੈ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਪਰਾਜ ਮਨਦੀਪ ਸਿੰਘ ਲੱਖੇਵਾਲ ਨਾਲ ਵਿਆਹ ਦੇ ਬੰਧਨ ਵਿੱਚ ਵੱਜ ਗਏ। ਵਿਆਹ ਸਮਾਗਮ ਬੜੇ ਹੀ ਸਾਦੇ ਢੰਗ ਨਾਲ ਪਟਿਆਲਾ ਵਿਖੇ ਕੀਤਾ ਗਿਆ। ਪਿੰਡ ਰੋੜੇਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਆਨੰਦ ਕਾਰਜ ਦੀਆਂ ਰਸਮਾਂ ਕੀਤੀਆਂ ਗਈਆਂ। ਇਸ ਵਿਆਹ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਦੋਵੇਂ ਪਰਿਵਾਰਾਂ ਦੇ ਮੈਂਬਰ ਸ਼ਾਮਲ ਹੋਏ। ਵਿਧਾਇਕਾ ਨਰਿੰਦਰ ਕੌਰ ਭਾਰਜ ਸਧਾਰਨ ਪਹਿਰਾਵੇ ਵਿੱਚ ਨਜ਼ਰ ਆਏ। ਦੱਸ ਦਈਏ ਕਿ ਨਰਿੰਦਰ ਕੌਰ ਭਾਰਜ ਸੰਗਰੂਰ ਦੇ ਇੱਕ ਆਮ ਕਿਸਾਨ ਪਰਿਵਾਰ ਨਾਲ ਸੰਬੰਧਿਤ ਨੇ। ਉਹਨਾਂ ਨੇ ਪਹਿਲੀ ਵਾਰ ਵਿਧਾਨ ਸਭਾ ਚੋਣ ਲੜੀ ਅਤੇ ਇਸ ਵਿੱਚ ਰਿਕਾਰਡ ਤੋੜ ਜਿੱਤ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਪਰਾਜ ਨੇ ਕਾਂਗਰਸ ਪਾਰਟੀ ਦੇ ਦਿੱਗਜ ਆਗੂ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਵਿਧਾਇਕ ਪਰਾਜ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ LLB ਕੀਤੀ ਹੈ। ਉਹ 2 ਵਾਰ ਆਪ ਦੇ ਜ਼ਿਲ੍ਹਾ ਯੂਥ ਪ੍ਰਧਾਨ ਵੀ ਬਣ ਚੁੱਕੇ ਨੇ। ਮਨਦੀਪ ਲੱਖੇਵਾਲ, ਜਿਨ੍ਹਾਂ ਨਾਲ ਵਿਧਾਇਕਾ ਨਰਿੰਦਰ ਕੌਰ ਪਰਾਜ ਦਾ ਵਿਆਹ ਹੋਇਆ, ਉਹ ਇੱਕ ਆਮ ਕਿਸਾਨ ਪਰਿਵਾਰ ਨਾਲ ਸੰਬੰਧਿਤ ਨੇ ਅਤੇ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਵਿੱਚ ਵਲੰਟੀਅਰ ਦੇ ਤੌਰ ਤੇ ਕੰਮ ਕਰ ਚੁੱਕੇ ਨੇ। ਮਨਦੀਪ ਲੱਖੇਵਾਲ ਦੇ ਦਾਦਾ ਸਵਰਗੀ ਮੁਖਤਿਆਰ ਸਿੰਘ ਲੱਖੇਵਾਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ
ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਵੀ ਰਹੇ ਨੇ। ਉਹ ਕਿਸਾਨੀ ਮੰਗਾਂ ਨੂੰ ਲੈ ਕੇ ਕਾਫੀ ਸੰਘਰਸ਼ ਵੀ ਕਰਦੇ ਰਹੇ ਨੇ। ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਜੇਲ੍ਹ ਵਿਭਾਗ ਨੂੰ ਹਦਾਇਤ ਜਾਰੀ ਕੀਤੀ ਹੈ। ਮੰਤਰੀ ਨੇ ਜੇਲ੍ਹ ਵਿੱਚ ਕੈਦੀਆਂ ਦੇ ਫਰਾਰ ਹੋਣ ਦੇ ਮਾਮਲੇ ਵਿੱਚ ਸਖਤ ਕਾਰਵਾਈ ਕਰਨ ਲਈ ਕਿਹਾ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹਨਾਂ ਹਦਾਇਤਾਂ ਤਹਿਤ ਜੇਲ੍ਹ ਵਿਭਾਗ ਨੇ ਡਿਪਟੀ ਸੁਪਰਡੈਂਟ ਸੁਰੱਖਿਆ ਪਟਿਆਲਾ ਜੇਲ੍ਹ, ਫਰੰਟ ਅਫਸਰ ਪਟਿਆਲਾ ਅਤੇ 2 ਵਾਰਡਾਂ ਨੂੰ ਮੁਅੱਤਲ ਕਰ ਦਿੱਤਾ ਔਰ ਇਹਨਾਂ ਚੋਂ ਜੇਲ੍ਹ ਦੀ ਸੁਰੱਖਿਆ ਲਈ ਤਾਇਨਾਤ ਡੀਐਸਪੀ ਵਰੁਣ ਸ਼ਰਮਾ, ਸਹਾਇਕ ਸੁਪਰਡੈਂਟ ਕਮ ਵਾਰੰਟ ਅਫਸਰ ਪਟਿਆਲਾ ਜੇਲ੍ਹ ਹਰਬੰਸ ਸਿੰਘ, ਜੇਲ੍ਹ ਵਾਰਡਰ ਸਤਪਾਲ ਸਿੰਘ ਬੈਲਟ ਨੰਬਰ 707 ਅਤੇ ਮਨਦੀਪ ਸਿੰਘ ਬੈਲਟ ਨੰਬਰ 562 ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।